ਆਦ ਕੀਆਂ ਕਥਾ ਕਹਾਣੀਆਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਰਿ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਿਆਲਤਾ ਸਦਕਾ ਜੋ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਔਰ ਗੁਰੂ ਕੇ ਇਤਿਹਾਸ ਦੀ ਸਾਂਝ ਪਾਉਂਦੇ ਹਾਂ। ਅੱਜ ਆਪਾਂ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹੋਣਾ ਦੇ ਪਾਵਨ ਪਵਿੱਤਰ ਵਿਆਹ ਪੁਰਬ ਜੋ ਮਾਤਾ ਸੁਲੱਖਣੀ ਜੀ ਹੋਣਾ ਦੇ ਨਾਲ ਸਤਿਗੁਰਾਂ ਦਾ ਆਨੰਦ ਕਾਰਜ ਹੋਇਆ, ਉਸ ਪਾਵਨ ਪਵਿੱਤਰ ਵਿਆਹ ਪੁਰਬ ਦੇ ਇਤਿਹਾਸ ਦੀ ਆਪਾਂ ਸਾਂਝ ਕਰਨੀ ਹੈ। ਕਰੋ ਕਿਰਪਾ ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਣਾ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਧਰਦਿਆਂ ਦੋਵੇਂ ਹੱਥ ਜੋੜ ਅਦਬ ਸੀਸ ਝੁਕਾ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਔਰ ਮਾਤਾ ਸੁਲੱਖਣੀ ਜੀ ਹੋਣਾ ਦੇ ਆਨੰਦ ਕਾਰਜ ਦੀ ਬਾਤ ਕਰਾਂਗੇ ਤਾਂ ਗੁਰੂ ਘਰ ਦੇ ਵਿੱਚ ਗ੍ਰਸਤ ਨੂੰ ਬੜਾ ਵੱਡਾ ਅਦਬ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਸਰਵ ਪ੍ਰਥਮ ਤਾਂ ਇਹ ਹੈ ਕਿ ਆਮ ਮਤ ਇਹ ਸੀ ਕਿ ਬੰਦੇ ਦੀ ਜ਼ਿੰਦਗੀ ਨੂੰ 100 ਸਾਲ ਮੰਨ ਕੇ ਤੇ ਉਹਦੇ 4 ਭਾਗ ਕਰ ਦਿੱਤੇ ਜਾਂਦੇ, ਉਹਨੂੰ 4 ਟਰਮਾਂ ਵਿੱਚ ਵੰਡ ਦਿੱਤਾ ਜਾਂਦਾ। ਉਹਨੂੰ 25-25 ਸਾਲ ਦੇ 4 ਉਹਦੇ ਹਿੱਸੇ ਕਰਕੇ ਵੀ ਪਹਿਲੇ 25 ਸਾਲ ਬੰਦਾ ਅਨਮੈਰਿਡ ਰਵੇ, ਅਣਵਿਆਹਿਆ ਰਵੇ ਗ੍ਰਸਤ ਤੋਂ ਬਿਨਾਂ, ਤੇ 25 ਸਾਲ ਦੀ ਉਮਰ ਦਾ ਹੋ ਕੇ ਉਹ ਗ੍ਰਸਤ ਨੂੰ ਧਾਰਨ ਕਰੇ ਤੇ 50 ਸਾਲ ਤੱਕ ਗ੍ਰਸਤ ਵਿੱਚ ਰਵੇ ਤੇ 50 ਤੋਂ 75 ਸਾਲ ਤੱਕ ਦਾ ਜਿਹੜਾ ਸਮਾਂ ਹੈ ਉਹਦੇ ਵਿੱਚ ਉਹ ਫਿਰ ਪਰਿਵਾਰ ਨਾਲੋਂ ਘਰ ਨਾਲੋਂ ਨਾਤਾ ਤੋੜੇ, ਬਾਣ ਪ੍ਰਸਤੀ ਹੋਵੇ, ਜੰਗਲ ਵਿੱਚ ਜਾਵੇ, ਉੱਥੇ ਆਪਣਾ ਸਾਧਨਾ ਕਰੇ। ਐਸਾ ਕੁਝ ਹੈ। ਕਦੇ ਕਦੇ ਘਰ ਬਾਹਰ ਆ ਕੇ ਗੇੜਾ ਮਾਰ ਲਵੇ, ਲੇਕਿਨ 75 ਤੋਂ 100 ਸਾਲ ਵਾਲਾ ਜਿਹੜਾ ਪੀਰੀਅਡ ਹੈ ਉਹਦੇ ਵਿੱਚ ਫਿਰ ਉਹ ਪੱਕਾ ਸੰਨਿਆਸੀ ਹੋ ਜਾਏ ਵੀ ਘਰ ਨਹੀਂ ਵੜਨਾ। ਇਹ ਕਾਰਜ ਸਨ। ਉਹਦਾ ਕਾਰਨ ਇਹ ਸੀ ਕਿ ਭਾਈ ਬੰਦਾ ਪਰਿਵਾਰ ਵਾਲਾ ਹੋ ਕੇ ਪਰਮੇਸ਼ਰ ਦੀ ਭਗਤੀ ਨਹੀਂ ਕਰ ਸਕਦਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਦੇ ਬਿਲਕੁਲ ਉਲਟ ਪਰਿਵਾਰ ਵਿੱਚ ਰਹਿੰਦਿਆਂ, ਕਿਉਂਕਿ ਉਹ ਔਰਤ ਨੂੰ ਉਹ ਲੋਕ ਜਿਹੜੇ ਇਸ ਤਰ੍ਹਾਂ ਕਰਦੇ ਸਨ ਵੀ ਪਰਿਵਾਰ ਵਾਲਾ ਹੋ ਕੇ ਬੰਦਾ ਰੱਬ ਦੀ ਭਗਤੀ ਨਹੀਂ ਕਰ ਸਕਦਾ, ਤੇ ਜਿਸ ਦਾਤੇ ਨੇ ਆਪ ਆਪਣੀ ਰਸਨਾ ਤੋਂ ਇਹ ਬਚਨ ਉਚਾਰੇ ਹੋਣ ਉਹ ਔਰਤ ਨੂੰ ਮੰਦਾ ਕਿਵੇਂ ਕਹਿ ਸਕਦੇ ਆ। ਮਹਾਰਾਜ ਤਾਂ ਕਹਿੰਦੇ ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੂ, ਭੰਡ ਮੁਆ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਭੰਡੋ ਹੀ ਭੰਡ ਉਪਜੈ, ਭੰਡੇ ਬਾਜ ਨ ਕੋਇ, ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ। ਤੋ ਮਹਾਰਾਜ ਨੇ ਫਿਰ ਇਸਤਰੀ ਨੂੰ ਮੰਦਾ ਕਿਵੇਂ ਕਹਿ ਸਕਦੇ? ਜਿਹੜੇ ਦਾਤਾ ਜੀ 9 ਸਾਲ ਦੀ ਅਰਬਲਾ ਵਿੱਚ ਆਪਣੀ ਭੈਣ ਵਾਸਤੇ ਅੜ ਜਾਂਦੇ ਹੈ ਕਿ ਜੇ ਮੇਰੀ ਭੈਣ ਬੇਬੇ ਨਾਨਕੀ ਨੂੰ ਜਨੇਊ ਨਹੀਂ ਪਾਇਆ ਜਾਂਦਾ ਤੇ ਮੈਂ ਕਿਵੇਂ ਧਾਰਨ ਕਰ ਸਕਦਾ? ਮਹਾਰਾਜ ਨੇ ਔਰਤ ਦੇ ਹੱਕ ਵਿੱਚ ਜਿਹੜਾ ਆਵਾਜ਼ ਬੁਲੰਦ ਕੀਤੀ। ਹੁਣ ਜਦੋਂ ਸਤਿਗੁਰਾਂ ਦੇ ਰਿਸ਼ਤੇ ਨਾਤੇ ਦੀ ਬਾਤ ਆਉਂਦੀ ਆ ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਵਕਤ ਲਗਭਗ ਸਤਿਗੁਰਾਂ ਦੀ 18 ਸਾਲ ਅਰਬਲਾ ਸੀ, ਕਿਉਂਕਿ 1469 ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਆ ਤੇ 1487 ਦੇ ਵਿੱਚ ਜਾ ਕੇ
ਗੁਰੂ ਪਾਤਸ਼ਾਹ ਮਹਾਰਾਜ ਜੀ ਹੋਣਾ ਦੀ ਜਿਹੜੀ ਸ਼ਾਦੀ ਆ, ਜਦੋਂ ਅਸੀਂ ਵੇਖਦੇ ਹਾਂ ਇਹ ਸਮਾਂ ਜਿਹੜਾ ਆ ਉਹ 17 ਤੇ 18 ਸਾਲ ਦਾ ਬਣ ਜਾਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ 1544 ਜਿਹੜਾ ਬਿਕਰਮੀ ਸੰਮਤ ਆ ਤੇ 1487 ਈਸਵੀ ਸਨ, ਉਸ ਵਕਤ ਮਹਾਰਾਜ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਬੇਬੇ ਨਾਨਕੀ ਜੀ, ਭਾਈਆ ਜੈ ਰਾਮ ਜੀ ਹੋਣਾ ਦੇ ਪਾਸ ਉੱਥੇ ਉਹ ਆ ਕੇ ਆਪਣਾ ਨਿਵਾਸ ਰੱਖਦਿਆਂ ਹੋਇਆਂ ਨਵਾਬ ਦੌਲਤ ਖਾਨ ਦੇ ਕੋਲ ਮੋਦੀ ਖਾਨੇ ਮਹਾਰਾਜ ਨੌਕਰੀ ਕਰਦੇ ਸਨ। ਹੁਣ ਸਬੱਬ ਇਹ ਬਣਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੀ ਪਿਤਾ ਜੋ ਨੇ ਮਹਿਤਾ ਕਲਿਆਣ ਦਾਸ ਜੀ, ਬਾਬਾ ਕਾਲੂ ਜੀ, ਉਹ ਵੀ ਪਟਵਾਰੀ ਦਾ ਕੰਮ ਕਰਦੇ ਹੈ। ਉਹ ਰਾਏ ਬੁਲਾਰ ਖਾਨ ਸਾਹਿਬ ਦੇ ਪਟਵਾਰੀ ਨੇ। ਦੂਸਰੇ ਪਾਸੇ ਜਿੱਥੇ ਰਿਸ਼ਤਾ ਤੈਅ ਹੋਇਆ ਉਹ ਭਾਈ ਮੂਲ ਚੰਦ ਚੋਣਾ ਖੱਤਰੀ, ਇਹਦਾ ਅਸਲ ਨਗਰ ਜਿਹੜਾ ਹੈ ਉਹ ਪੱਖੋ ਕੇ ਰੰਧਾਵੇ ਗੁਰਦਾਸਪੁਰ ਦੇ ਵਿੱਚ, ਜ਼ਿਲ੍ਹਾ ਗੁਰਦਾਸਪੁਰ। ਉੱਥੇ ਨਗਰ ਇਹਨਾਂ ਦਾ ਮੇਨ ਜਿਹੜਾ ਹੈ, ਮੁੱਢ ਮੂਲ ਜਿਹੜਾ ਨਗਰ ਸੀ ਉਹ ਸੀ ਪੱਖੋ ਕੇ ਰੰਧਾਵੇ ਉੱਥੇ। ਤੇ ਨਾਲ ਇਹ ਸੀ ਬਈ ਇਹ ਭਾਈ ਅਜਿੱਤਾ ਰੰਧਾਵਾ, ਹਿੱਤਾ ਰੰਧਾਵਾ, ਇਹ ਉਹਨਾਂ ਦੇ ਰੰਧਾਵਿਆਂ ਦੇ ਪਟਵਾਰੀ ਸਨ। ਜਦੋਂ ਇਹ ਉੱਥੇ ਨੌਕਰੀ ਕਰਦੇ ਆ ਤੇ ਜਿਹੜਾ ਆਨੰਦ ਕਾਰਜ ਦਾ ਸਮਾਂ ਉਸ ਵਕਤ ਇਹਨਾਂ ਦੀ ਰਿਹਾਇਸ਼ ਜਿਹੜੀ ਹੈ ਉਹ ਬਟਾਲੇ ਦੇ ਵਿੱਚ ਸੀ। ਤੇ ਬਟਾਲੇ ਦੇ ਵਿੱਚ ਹੀ ਇੱਥੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਤਾ ਜਿਹੜਾ ਹੈ, ਜਦੋਂ ਇਹ ਰਿਸ਼ਤਾ ਭਾਈਆ ਜੈ ਰਾਮ ਜੀ ਹੋਣਾ ਨੇ ਵਿੱਚ ਪੈ ਕੇ ਇਹ ਕਾਰਜ ਕੀਤੇ, ਕਿਉਂਕਿ ਉਹ ਮਾਲ ਅਫਸਰ ਸਨ ਤੇ ਦੂਸਰੇ ਪਾਸੇ ਪਟਵਾਰੀ ਸਾਂਝ ਹੈ ਸੀ, ਤੇ ਗੱਲਬਾਤ ਹੋਈ। ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੇਰਾ ਰਿਸ਼ਤੇਦਾਰ ਜਿਵੇਂ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਲਈ ਹੁਣ ਜਦੋਂ ਉਹਨਾਂ ਨੇ ਭਾਈ ਮੂਲ ਚੰਦ ਚੋਣੇ ਖੱਤਰੀ ਦੀ ਧੀ ਮਾਤਾ ਚੰਦੋ ਰਾਣੀ ਦੀ ਬੱਚੀ ਮਾਤਾ ਸੁਲੱਖਣੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੋਣਾ ਦੇ ਨਾਲ ਕੁੜਮਾਈ ਹੋਈ। ਜਦੋਂ ਕੁੜਮਾਈ ਹੋਈ ਤੇ ਕੁੜਮਾਈ ਤੋਂ ਬਾਅਦ ਜਿਹੜਾ ਵਿਆਹ ਸੀ ਉਹ ਛੇਤੀ ਮੰਗਿਆ ਗਿਆ, ਪਰ ਲੇਕਿਨ ਭਾਈ ਮੂਲ ਚੰਦ ਕਹਿੰਦੇ ਆ, ਕਿਉਂਕਿ ਬਾਬਾ ਕਾਲੂ ਜੀ ਕਾਲੇ ਸਨ, ਉਹਨਾਂ ਨੂੰ ਦੁਨਿਆਵੀ ਤੌਰ ਤੇ ਇੰਝ ਲੱਗਦਾ ਸੀ, ਕਿਉਂਕਿ ਦੁਨਿਆਵੀ ਮਾਤਾ ਪਿਤਾ ਉਹ ਚਾਹੁੰਦੇ ਆ ਕਿ ਸਾਡਾ ਪੁੱਤਰ ਧਨ ਕਮਾਵੇ, ਇਹ ਘਰ-ਬਾਰ ਚੰਗਾ ਬਣਾਵੇ, ਐਸਾ ਕੁਝ ਹਰੇਕ ਮਾਤਾ ਪਿਤਾ ਦੀ ਇਹ ਆਸ ਹੁੰਦੀ ਹੈ, ਮੰਗ ਹੁੰਦੀ ਹੈ, ਜਾਂ ਉਹਨਾਂ ਦੀ ਚਾਹਨਾ ਹੁੰਦੀ। ਲੇਕਿਨ ਨਿਰੰਕਾਰ ਦਾ ਸਰੂਪ ਧੰਨ ਗੁਰੂ ਨਾਨਕ ਸਾਹਿਬ ਤੇ ਆਮ ਕਰਕੇ ਅਜੇ ਵੀ ਪੰਜਾਬ ਦੇ ਅੰਦਰ ਇਹੋ ਜਿਹੀਆਂ ਚੀਜ਼ਾਂ ਨੇ ਵੀ ਬੱਚਾ ਇੰਜ ਕਰਦਾ ਜੀ, ਆਹ ਕਰਦਾ ਤੇ ਉਹ ਆਖ ਦਿੰਦੇ ਜੀ ਇਹਦੀ ਸ਼ਾਦੀ ਕਰ ਦਿਓ ਸੁਧਰ ਜਾਏਗਾ। ਅਕਸਰ ਇਹੋ ਜਿਹਾ ਕੁਝ ਹੁੰਦਾ। ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਬਤ ਵੀ ਇਹਨਾਂ ਨੂੰ ਜਦੋਂ ਪਰਿਵਾਰ ਵਾਲੇ ਹੋਣਗੇ ਫਿਕਰ ਹੋਏਗਾ, ਫਿਰ ਜੋ ਹੁਣ ਤੱਕ ਮੋਦੀ ਖਾਨੇ ਕਮਾਉਂਦੇ ਆ ਵੰਡੀ ਜਾਂਦੇ ਆ ਕੁਝ, ਫਿਰ ਪੈਸੇ ਇਕੱਠੇ ਕਰਨਗੇ। ਤੋ ਜਦੋਂ ਰਿਸ਼ਤਾ ਹੋ ਗਿਆ ਉਹਦੇ ਤੋਂ ਬਾਅਦ ਫਿਰ ਭਾਈ ਮੂਲ ਚੰਦ ਜੀ ਹੋਣਾ ਨੇ ਸੁਨੇਹਾ ਭੇਜਿਆ ਵੀ ਇਸ ਦਿਨ ਤੁਸੀਂ ਬਰਾਤ ਲੈ ਕੇ ਜਿਹੜਾ ਹੈ ਭਾਦਰੋਂ ਸੁਦੀ 7ਵੀਂ ਤੁਸੀਂ ਆ ਜਾਓ। ਹੁਣ ਜਦੋਂ ਇੱਧਰ ਬਰਾਤ ਦੀ ਤਿਆਰੀ ਹੋਣ ਲੱਗੀ, ਉਧਰ ਬਾਬਾ ਮਹਿਤਾ ਕਲਿਆਣ ਦਾਸ ਜੀ ਹੁਣਾਂ ਨੂੰ ਰਾਏ ਭੋਏ ਦੀ ਤਲਵੰਡੀ ਸੁਨੇਹਾ ਭੇਜਿਆ ਗਿਆ। ਉਹਨਾਂ ਨੇ ਕਿਉਂਕਿ ਮੁਲਾਜ਼ਮ ਸਨ, ਇਸੇ ਕਰਕੇ ਆਉਣ ਤੋਂ ਪਹਿਲਾਂ ਛੁੱਟੀ ਲੈਣੀ ਸੀ ਰਾਏ ਬੁਲਾਰ ਖਾਨ ਸਾਹਿਬ ਤੋਂ। ਉਹਨਾਂ ਨੂੰ ਜਾ ਕੇ ਕਹਿੰਦੇ ਆ ਕਿ ਰਾਏ ਸਾਹਿਬ ਮੈਨੂੰ ਇਜਾਜ਼ਤ ਦਿਓ, ਤੁਹਾਡੇ ਦਾਸ ਨਾਨਕ ਦੀ ਸ਼ਾਦੀ ਹੈ। ਰਾਏ ਬੁਲਾਰ ਖਾਨ ਕਹਿੰਦਾ ਹੈ ਕਿ ਮਹਿਤਾ ਸਾਹਿਬ ਆਹ ਜਿਹੜਾ ਸ਼ਬਦ ਤੁਸੀਂ ਕਹਿੰਦੇ ਹੋ ਨਾ, ਇਹ ਮੈਨੂੰ ਬੜਾ ਦੁੱਖ ਦਿੰਦਾ ਹੈ, ਬੜੀ ਪੀੜਾ ਦਿੰਦਾ। ਕਿਉਂ? ਆਖਿਆ ਗੁਰੂ ਨਾਨਕ ਸਾਹਿਬ ਮੇਰੇ ਦਾਸ ਨਹੀਂ, ਮੈਂ ਗੁਰੂ ਨਾਨਕ ਸਾਹਿਬ ਦਾ ਦਾਸ ਹਾਂ। ਮੇਰੀ ਤਾਂ ਤਲਵੰਡੀ ਵਸਦੀ ਹੀ ਗੁਰੂ ਨਾਨਕ ਸਾਹਿਬ ਕਰਕੇ ਹੈ। ਮੈਂ ਰਾਜਨੀਤਿਕ ਬੰਦਾ, ਉਹਨਾਂ ਦੇ ਪੈਰਾਂ ਦੀ ਜੁੱਤੀ ਹਾਂ। ਗੁਰੂ ਨਾਨਕ ਸਾਹਿਬ ਮੇਰੇ ਸਿਰ ਦਾ ਤਾਜ ਨੇ। ਇਹ ਸ਼ਬਦ ਜਿਹੜੇ ਨੇ ਉਹ ਰਾਏ ਬੁਲਾਰ ਖਾਨ ਨੇ ਉਸ ਵਕਤ ਵਰਤੇ, ਤੇ ਨਾਲ ਫਿਰ ਇੱਕ ਸ਼ਬਦ ਕਿਹਾ, ਕਹਿੰਦੇ ਤੂੰ ਵੀ ਪਟਵਾਰੀ ਹੈ, ਅੱਗੋਂ ਤੇਰਾ ਕੁੜਮ ਜਿਹੜਾ ਉਹ ਵੀ ਪਟਵਾਰੀ ਹੈ, ਤੇ ਸੁਭਾਅ ਮੈਨੂੰ ਪਤਾ ਲੱਗਾ ਹੈ ਵੀ ਉਹਦਾ ਵੀ ਤੱਤਾ ਹੈ। ਇਸੇ ਕਰਕੇ ਸੰਜਮ ਨਾਲ ਰਵੀਂ, ਧਿਆਨ ਨਾਲ ਰਵੀਂ, ਕਿਸੇ ਪ੍ਰਕਾਰ ਦੀ ਸੰਕੀਰਨਤਾ ਕੰਜੂਸੀ ਨਾ ਕਰੀਂ।
ਸਭ ਕੁਝ ਖੁੱਲ੍ਹਾ ਹੋਵੇ, ਜੇ ਲੋੜ ਪਵੇ ਤੇ ਮੇਰੇ ਕੋਲੋਂ ਜੋ ਕੁਝ ਚਾਹੀਦਾ ਉਹ ਲੈ ਲਵੀਂ, ਮੈਂ ਹਾਜ਼ਰ ਕਰਾਂਗਾ। ਇਹ ਸਭ ਬਾਬੇ ਨਾਨਕ ਦਾ। ਇੱਧਰੋਂ ਕਹਿੰਦੇ ਹੁਣ ਜਦੋਂ ਇਹ ਸਾਰੇ ਨਾਨਕਾ ਪਰਿਵਾਰ ਜਿਹੜਾ ਸੀ ਉਹ ਵੀ ਉਸ ਵਕਤ ਫਿਰ ਲਾਹੌਰ ਦੇ ਕੋਲ ਇਹ ਚਾਲ ਪਿੰਡ ਜਿਹੜਾ ਹੈ ਉਹ ਪੈਂਦਾ ਹੈ। ਉੱਥੋਂ ਮਾਤਾ ਤ੍ਰਿਪਤਾ ਜੀ ਹੋਣਾ ਦਾ ਪੇਕਾ ਨਗਰ, ਉੱਥੋਂ ਫਿਰ ਮਾਮਾ ਕ੍ਰਿਸ਼ਨਾ ਜੀ ਹੋਣੀ ਉਹ ਚੱਲੇ ਨੇ। ਨਾਨਾ ਨਾਨੀ ਜਿਹੜੇ ਨੇ, ਨਾਨਾ ਰਾਮਾ ਜੀ, ਨਾਨੀ ਭਿਰਾਈ ਜੀ ਔਰ ਮਾਮਾ ਕ੍ਰਿਸ਼ਨਾ ਜੀ, ਇਹ ਸਤਿਗੁਰਾਂ ਦਾ ਨਾਨਕਾ ਪਰਿਵਾਰ ਆ। ਔਰ ਕਿਉਂਕਿ ਭੈਣ ਤਾਂ ਬੇਬੇ ਨਾਨਕੀ ਜੀ ਉੱਥੇ ਸਨ, ਅਤੇ ਰਾਏ ਭੋਏ ਦੀ ਤਲਵੰਡੀ ਤੋਂ ਬਾਬਾ ਮਹਿਤਾ ਕਲਿਆਣ ਦਾਸ ਜੀ ਮਹਾਰਾਜ ਦੇ ਚਾਚਾ ਲਾਲੂ ਜੀ, ਹੋਰ ਉਹਨਾਂ ਦਾ ਸ਼ਰੀਕਾ ਭਾਈਚਾਰਾ ਬਾਬੇ ਮਰਦਾਨਾ ਜੀ ਹੋਣੀ ਵੀ ਉੱਥੇ ਪਹੁੰਚੇ। ਜਦੋਂ ਕਹਿੰਦੇ ਉੱਥੋਂ ਫਿਰ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਬਰਾਤ ਚੜ੍ਹੀ ਔਰ ਬਟਾਲੇ ਦੀ ਧਰਤੀ 'ਤੇ ਪਹੁੰਚੀ। ਬਟਾਲੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਯਾਦ ਵਿੱਚ ਦੋ ਅਸਥਾਨ ਹੈ। ਇੱਕ ਤੇ ਗੁਰਦੁਆਰਾ ਕੰਧ ਸਾਹਿਬ, ਜਿਹਨੂੰ ਆਪਾਂ ਕਰੀਬਨ ਸੰਗਤਾਂ ਜਾਣਦੇ ਹਾਂ, ਦਰਸ਼ਨ ਕਰਦੇ ਹਾਂ। ਇੱਕ ਹੈ ਗੁਰਦੁਆਰਾ ਡੇਰਾ ਸਾਹਿਬ। ਇਹ ਉਹ ਅਸਥਾਨ ਹੈ ਜਿੱਥੇ ਅਸਲ ਵਿੱਚ ਮਹਾਰਾਜ ਦੀਆਂ ਲਾਵਾਂ ਹੋਈਆਂ। ਉਹ ਘਰ ਸੀ ਭਾਈ ਮੂਲ ਚੰਦ ਖੱਤਰੀ ਦਾ, ਮਾਤਾ ਸੁਲੱਖਣੀ ਜੀ ਹੋਣਾ ਦਾ। ਤੋ ਜਦੋਂ ਬਰਾਤ ਢੁੱਕੀ ਤੇ ਭਾਈ ਅਜਿੱਤਾ ਰੰਧਾਵਾ ਜਿਹੜਾ ਹੈ, ਉਹਨਾਂ ਨੇ ਵੀ ਆਪਣੇ ਪਟਵਾਰੀ ਨੂੰ ਆਖਿਆ ਵੀ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਆਵੇ, ਸੇਵਾ ਪਾਣੀ ਚੰਗੇ ਢੰਗ ਨਾਲ ਕਰਨੀ। ਜੀ ਆਇਆਂ ਆਖਿਆ। ਉਹਦੇ ਤੋਂ ਬਾਅਦ ਜਦੋਂ ਲਾਵਾਂ ਦੀ ਗੱਲ ਆਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਕਿਉਂਕਿ ਜੋ ਉਸ ਵਕਤ ਸਿਸਟਮ ਚੱਲਦਾ ਸੀ, ਪੰਡਿਤ ਨੇ ਆਖਿਆ ਕਿ ਵੇਦੀ ਦੇ ਦੁਆਲੇ ਲਾਵਾਂ ਲੈਣੀਆਂ ਨੇ। ਭਾਵੇਂ ਛਾਪਣ ਵਾਲੇ ਇਹੋ ਜਿਹਾ ਕੁਝ ਕਰੀ ਜਾਂਦੇ, ਅਜੇ ਵੀ ਬਖਾਦ ਪਾਉਣ ਦਾ, ਮਿਲਾਵਟ ਕਰਨ ਦਾ ਯਤਨ ਕਰਦੇ ਆ, ਲੇਕਿਨ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ, ਭਾਈ ਉਹਦੇ ਦੁਆਲੇ ਕਿਉਂ ਲੈਣੀਆਂ? ਕਹਿੰਦੇ ਜੀ ਵੇਦਾਂ 'ਚ ਲਿਖਿਆ ਵੀ ਪਹਿਲੀ ਬਾਤ ਤਾਂ ਵੇਦਾਂ ਦੀ ਜਿਹੜਾ ਹੈ ਉਹ ਤੁਸੀਂ ਪ੍ਰਕਰਮਾ ਕਰੋ। ਵੇਦ ਨਾ ਹੋਣ ਤੇ ਫਿਰ ਪੰਡਤ ਦੀ ਪ੍ਰਕਰਮਾ ਕਰ ਲਓ, ਤੇ ਜੇ ਬ੍ਰਾਹਮਣ ਪੰਡਤ ਨਹੀਂ ਤੇ ਫਿਰ ਤੁਸੀਂ ਅਗਨੀ ਦੀ ਜਿਹੜੀ ਹੈ ਉਹ ਪ੍ਰਕਰਮਾ ਕਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅਸੀਂ ਤਾਂ ਅਗਨੀ ਨੂੰ ਇਸ਼ਟ ਨਹੀਂ ਮੰਨਦੇ, ਕਿਉਂਕਿ ਜਿਸ ਦਾਤੇ ਨੇ 9 ਸਾਲ ਦੀ ਆਰਬਲਾ ਵਿੱਚ ਇਹ ਖੇਡ ਖੇਡੀ ਨਾ, ਬਈ ਸਾਨੂੰ ਸਤ ਸੰਤੋਖ ਵਾਲਾ ਜੇ ਜਨੇਊ ਹੈ ਉਹ ਪਾ। ਤੇ ਮਹਾਰਾਜ ਨੇ ਅੱਜ 18 ਸਾਲ ਦੀ ਆਰਬਲਾ ਵਿੱਚ ਇਹ ਜਿਹੜਾ ਨਿਰਮਲ ਪੰਥ ਚਲਾਇਆ ਔਰ ਇਹ ਬੋਲ ਜਿਹੜੇ ਨੇ ਬਚਨ ਲਿਖੇ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਧਰਤ ਦੇ ਉੱਤੇ ਉਹ ਆਂਦੇ ਜੀ, ਜੇ ਤੁਸੀਂ ਵੇਦੀ ਦੁਆਲੇ ਪ੍ਰਕਰਮਾ ਨਹੀਂ ਕਰਨੀਆਂ, ਤੁਸੀਂ ਅਗਨ ਨੂੰ ਆਪਣਾ ਇਸ਼ਟ ਨਹੀਂ ਮੰਨਦੇ। ਮਹਾਰਾਜ ਕਹਿੰਦੇ ਮੈਂ ਤਾਂ ਨਹੀਂ ਮੰਨਦਾ, ਕਿਉਂਕਿ ਇਹ ਤਾਂ ਸਭ ਪਰਮੇਸ਼ਰ ਦੇ ਪੈਦਾ ਕੀਤੇ ਤੱਤ ਨੇ, ਤੇ ਇਹ ਤਾਂ ਉਹਨੇ ਆਪਣੀ ਉਮਤ ਦੀ ਸੇਵਾ ਲਈ ਪੈਦਾ ਕੀਤੇ। ਇਹ ਸਾਰੇ ਦੇ ਸਾਰੇ ਉਸ ਮਾਲਕ ਨੇ ਆਪਣੀ ਉਮਤ ਦੀ ਸੇਵਾ ਲਈ ਪੈਦਾ ਕੀਤੇ ਆ, ਤੇ ਮੈਂ ਨਾ ਤਾਂ ਇਹਨੂੰ ਇਸ਼ਟ ਮੰਨਦਾ, ਨਾ ਇਹਦੀ ਪੂਜਾ ਕਰਦਾ। ਵੀ ਉਹਦੇ ਦੁਆਲੇ ਪ੍ਰਕਰਮਾ ਕਰਨ ਦਾ ਮਤਲਬ ਤੇ ਇਹ ਹੈ ਕਿ ਪੂਜਾ ਹੈ, ਜਾਂ ਉਹਨੂੰ ਇਸ਼ਟ ਮੰਨਿਆ। ਹਰ ਬੰਦਾ ਆਪਣੇ ਇਸ਼ਟ ਦੀ ਜਿਹੜਾ ਪ੍ਰਕਰਮਾ ਕਰਦਾ। ਕਹਿੰਦੇ ਜੀ ਫਿਰ ਤੁਸੀਂ ਕੀ ਕਰੋਗੇ? ਮਹਾਰਾਜ ਕਹਿੰਦੇ ਅਸੀਂ ਉਸ ਅਕਾਲ ਨੂੰ, ਉਸ ਨਿਰੰਕਾਰ ਨੂੰ, ਜੋ ਉਸ ਦੀ ਬਾਣੀ ਹੈ, ਉਸ ਦਾ ਨਾਮ ਹੈ, ਅਸੀਂ ਉਹਦੇ ਦੁਆਲੇ ਪ੍ਰਕਰਮਾ ਕਰਾਂਗੇ। ਸਾਡਾ ਤਾਂ ਸਾਖਸ਼ੀ ਉਹੀ ਹੈ, ਸਾਡਾ ਤਾਂ ਗਵਾਹ ਉਹ ਹੈ। ਤੋ ਉੱਥੇ ਫਿਰ ਉਹਨਾਂ ਨੇ ਯਤਨ ਕੀਤਾ ਵੀ ਇਹ ਤਾਂ ਸਾਡੇ ਜਿਹੜਾ ਕਾਰਜ ਚੱਲ ਰਹੇ ਨੇ ਉਸ ਸਿਸਟਮ ਦੇ ਉੱਤੇ ਸੱਟ ਮਾਰਦੇ ਆ। ਬਈ ਅੱਜ ਇਹ ਇਕੱਲਿਆਂ ਨੇ ਨਾ ਕੀਤੀ ਆ, ਕੱਲ੍ਹ ਨੂੰ ਕੋਈ ਹੋਰ ਉੱਠੇਗਾ ਤੇ ਸਾਡੀ ਮਰਜ਼ੀ ਤਾਂ ਚੱਲੇਗੀ ਨਹੀਂ। ਅਸੀਂ ਆਖਦੇ ਨਾ ਕਰੋ, ਇੰਜ ਕਰੋ, ਸਾਰਾ ਕੁਝ ਸਾਡੇ ਅਧੀਨ ਹੈ। ਹੌਲੀ ਹੌਲੀ ਅੱਜ ਵਿਆਹ ਤੋਂ ਪਾਸੇ ਹੋਣ ਲੱਗੇ ਆ, ਪਹਿਲਾਂ ਜਨੇਊ ਤੋਂ ਹੋਏ, ਕੱਲ੍ਹ ਨੂੰ ਕੁਝ ਹੋਰ ਕਰਨਗੇ। ਉਹਨਾਂ ਆਖਿਆ, ਉਹਨਾਂ ਨੇ ਮੂਲ ਚੰਦ ਨੂੰ ਉਹਨਾਂ ਦੇ ਸਹੁਰਾ ਸਾਹਿਬ ਨਾਲ ਗੱਲ ਕੀਤੀ ਵੀ ਜਵਾਈ ਤੇਰਾ ਮੰਨਦਾ ਨਹੀਂ, ਇਹ ਰੀਤ ਤੋੜਨੀ ਚਾਹੁੰਦਾ। ਉਹਨਾਂ ਆਖਿਆ ਜੀ ਕੀ ਕੀਤਾ ਜਾਏ? ਕਹਿੰਦੇ ਜੀ ਫਿਰ ਹੁਣ ਮੈਂ ਤਾਂ ਜਿਵੇਂ ਉਹ ਕਰਦੇ ਆ, ਲੇਕਿਨ ਉਹਨਾਂ ਮੂਲ ਚੰਦ ਨੂੰ ਚੁੱਕਣਾ ਦੇ ਕੇ ਐਸਾ ਕੁਝ ਕਰਕੇ ਵੀ ਇਹੋ ਜਿਹਾ ਬੰਦਾ ਤੇ ਧੀ ਤੋਰਨ ਨਾਲੋਂ ਮਾਰ ਦੇਣੇ ਚਾਹੀਦੇ, ਐਸਾ ਕੁਝ ਹੈ। ਸਾਜ਼ਿਸ਼ ਤਹਿਤ ਇਹੋ ਜਿਹੀ ਕੰਧ ਦੇ ਕੋਲ ਬਿਠਾਇਆ ਬਈ ਉਹ ਉੱਤੇ ਡਿੱਗੇ ਤੇ ਮਹਾਰਾਜ ਥੱਲੇ ਦੱਬੇ ਜਾਣ, ਸਮਾਪਤ ਹੋਣ, ਐਸਾ ਕੁਝ ਹੋਵੇ, ਸਰੀਰ ਕਰਕੇ ਨੁਕਸਾਨ ਹੋਵੇ। ਇਹ ਯਤਨ ਕੀਤਾ ਉਹਨਾਂ ਨੇ, ਲੇਕਿਨ ਮਹਾਰਾਜ ਉੱਥੇ ਬੈਠੇ ਨੇ ਜਿੱਥੇ ਆਪਾਂ ਗੁਰਦੁਆਰਾ ਕੰਧ ਸਾਹਿਬ ਦੇ ਦਰਸ਼ਨ ਕਰਦੇ। ਉੱਥੇ ਫਿਰ ਇੱਕ ਮਾਤਾ ਨੇ
ਬੈਠਿਆਂ ਤੱਕ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਭਾਈ ਇਹ ਕੰਧ ਜਿਹੜੀ ਆ ਡਿੱਗਣ ਵਾਲੀ ਆ ਤੇ ਤੁਸੀਂ ਉੱਠ ਕੇ ਕਿਸੇ ਪਾਸੇ ਹੋ ਜਾਓ, ਇਹ ਕੰਧ ਤੁਹਾਡੇ ਤੇ ਡਿੱਗ ਪੈਣੀ ਆ, ਥੱਲੇ ਆਵੋਗੇ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਮਾਤਾ ਜੀ ਸਾਡਾ ਫਿਕਰ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਲੇਕਿਨ ਮਾਤਾ ਇਹ ਕੰਧ ਤਾਂ ਸਾਡੇ ਵਿਆਹ ਦੀ ਆਨੰਦ ਕਾਰਜ ਦੀ ਹਾਮੀ ਭਰੇਗੀ, ਨਿਸ਼ਾਨੀ ਹੈ, ਔਰ ਨਾਲ ਨਾਲ ਇਹ ਗੁਰਮਤਿ ਦਾ ਹੋਕਾ ਇਹਨੂੰ ਵੇਖ ਕੇ ਸਿੱਖਾਂ ਨੂੰ ਪ੍ਰਾਪਤ ਹੋਏਗਾ ਵੀ ਤੁਹਾਡੇ ਪ੍ਰਥਮ ਗੁਰਦੇਵ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਅੱਗ ਦੇ ਦੁਆਲੇ ਪ੍ਰਕਰਮਾਂ ਨਹੀਂ ਕੀਤੀਆਂ, ਫੇਰੇ ਨਹੀਂ ਲਏ। ਉਹਨਾਂ ਨੇ ਬਾਣੀ ਨੂੰ ਗੁਰੂ ਬਾਣੀ, ਗੁਰੂ ਗੁਰੂ ਹੈ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਉਹਨਾਂ ਨੇ ਮੂਲ ਮੰਤਰ ਜਿਹੜਾ ਹੈ ਉਹਦੇ ਦੁਆਲੇ ਪ੍ਰਕਰਮਾਂ ਕੀਤੀਆਂ। ਕਹਿੰਦੇ ਇਸ ਗੱਲ ਦੀ ਸ਼ਾਦੀ ਭਰੇਗੀ ਤੇ ਸਾਡੇ ਵਿਆਹ ਦੀ ਇਹ ਜਿਹੜੀ ਗਵਾਹ ਕੰਧ ਇਹ ਤਾਂ ਮਾਤਾ ਸਦੀਆਂ ਤੱਕ ਇਸੇ ਤਰ੍ਹਾਂ ਖੜੋਤੀ ਰਹੇਗੀ। ਉਹ ਅੱਜ ਵੀ ਆਪਾਂ ਦਰਸ਼ਨ ਕਰਦੇ ਹਾਂ, ਦੀਦਾਰ ਕਰਦੇ ਹਾਂ। ਸਤਿਗੁਰੂ ਮਹਾਰਾਜ ਨੇ ਫਿਰ ਉੱਥੇ ਆਪ ਜਿਹੜਾ ਹੈ ਆਖਿਆ ਇੱਕ ਚੌਂਕੀ ਲੈ ਕੇ ਆਓ। ਚੌਂਕੀ ਲਿਆਂਦੀ, ਉਹਦੇ ਉੱਤੇ ਸੋਹਣਾ ਬਸਤਰ ਵਿਛਾਇਆ ਗਿਆ। ਫਿਰ ਉਹਦੇ ਉੱਤੇ ਮਹਾਰਾਜ ਜੀ ਨੇ ਮੂਲ ਮੰਤਰ ਜਿਹੜਾ ਅੰਕਿਤ ਕਰਕੇ ਲਿਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਦੇ ਦੁਆਲੇ ਪ੍ਰਕਰਮਾਂ ਕੀਤੀਆਂ। ਔਰ ਇਹ ਪਹਿਲਾ ਆਨੰਦ ਕਾਰਜ ਜੋ ਸਤਿਗੁਰਾਂ ਨੇ ਮਹਾਰਾਜ ਨੇ ਆਪ ਇੱਕ ਬਚਨ ਵੀ ਉਚਾਰਨ ਕੀਤਾ, ਗੁਰੂ ਦੁਆਰੇ ਹਮਰਾ ਵਿਆਹੋ ਜੇ ਹੋਆ ਜਾਂ ਸੋ ਭਇਆ ਤਾ ਜਾਣਿਆ। ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਫਿਰ ਉਹ ਬਚਨਾਂ 'ਚ ਤੇ ਅਸੀਂ ਵੈਸੇ ਹੀ ਪੜ੍ਹਨ ਲੱਗ ਜਾਂਦੇ ਹਾਂ ਜਿਹਨੂੰ ਮਰਜ਼ੀ ਵੇਖ ਕੇ, ਪਰ ਇਹ ਬਚਨ ਢੁੱਕਦੇ ਨੇ ਕਿ ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਣ ਆਇਆ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵਿਆਹਣ ਵਾਸਤੇ ਆਏ। ਉਹਨਾਂ ਦੀ ਬਰਾਤ ਦੇ ਵਿੱਚ ਫਿਰ ਹਰ ਵਰਗ ਦਾ ਮਨੁੱਖ, ਹਰ ਜਾਤ ਵਰਣ ਦਾ, ਕਿਸੇ ਨਾਲ ਕੋਈ ਵਿਤਕਰਾ ਨਹੀਂ, ਸਾਰੇ ਹੀ ਆਏ। ਔਰ ਐਸਾ ਆਨੰਦ ਕਾਰਜ ਸਤਿਗੁਰਾਂ ਨੇ ਇੱਥੇ ਗ੍ਰਸਤ ਨੂੰ ਧਾਰਨ ਕੀਤਾ। ਭਾਈ ਮੂਲ ਚੰਦ ਜੀ ਹੋਣਾ ਨੇ ਆਪਣੀ ਧੀ ਮਾਤਾ ਸੁਲੱਖਣੀ, ਉਹਨਾਂ ਨੂੰ ਜਦੋਂ ਇਸ ਤਰ੍ਹਾਂ ਡੋਲੀ ਪਾ ਕੇ 2 ਦਿਨ ਬਰਾਤ ਰਹੀ, ਕਿਉਂਕਿ ਤੀਸਰੇ ਦਿਨ ਉੱਥੋਂ ਵਿਦਾ ਹੋਣਾ। ਉੱਥੋਂ ਫਿਰ ਜਦੋਂ ਬਰਾਤ ਜਿਹੜੀ ਹੈ ਉਹ ਵਿਦਾ ਹੋਣੀ ਆ, ਧੀ ਨੂੰ ਜਿਹੜਾ ਉਹ ਤੋਰਿਆ ਭਾਈ ਮੂਲ ਚੰਦ ਜੀ ਹੋਣਾ ਨੇ, ਤੇ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ, ਬੜੀ ਵੱਡੀ ਮਿਹਰਾਮਤ ਕੀਤੀ ਕਿ ਭਾਈ ਜਿਹੜੇ ਲੋਕ ਕਹਿੰਦੇ ਸੀ ਗ੍ਰਸਤ ਵਿੱਚ ਰਹਿ ਕੇ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ, ਉਹਦੀ ਆਰਾਧਨਾ ਨਹੀਂ ਹੋ ਸਕਦੀ, ਔਰਤ ਜਿਹੜੀ ਹੈ ਤਾਂ ਕਾਮ ਦੀ ਮੂਰਤ ਹੈ, ਔਰਤ ਸਭ ਨਾਲੋਂ ਵੱਡੀ ਰੁਕਾਵਟ ਹੈ, ਰੱਬ ਨੂੰ ਮਿਲਿਆ ਨਹੀਂ ਜਾ ਸਕਦਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਿਉਂਕਿ ਬਿਲਕੁਲ ਵਿਪਰੀਤ ਰਸਤਾ, ਜੋ ਕੁਝ ਹੁਣ ਤੱਕ ਧਰਮ ਦੀ ਹੋਕਾ ਦੇਣ ਵਾਲੇ ਲੋਕ ਕਹਿੰਦੇ ਸੀ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ, ਮਹਾਰਾਜ ਨੇ ਉਸ ਦੇ ਉਲਟ ਗ੍ਰਸਤ ਨੂੰ ਧਾਰਨ ਕੀਤਾ। ਔਰ ਧਾਰਨ ਕਰਕੇ ਜਿਹੜਾ ਪਰਿਵਾਰਕ ਜੀਵਨ ਆ ਉਹਨੂੰ ਜੀਵਿਆ। ਉਹਦੇ ਵਿੱਚ ਮਹਾਰਾਜ ਜੀ ਦੇ ਬੱਚੇ ਵੀ, 2 ਪੁੱਤਰ ਵੀ ਹੋਏ। ਸਤਿਗੁਰਾਂ ਨੇ ਕਿਰਤ ਵੀ ਕੀਤੀ ਔਰ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਭਗਤੀ, ਇਬਾਦਤ, ਉਹਦੀ ਬੰਦਗੀ ਵੀ ਕੀਤੀ। ਔਰ ਇਹ ਬਿਲਕੁਲ ਉਹਨਾਂ ਚੀਜ਼ਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਗਲਤ ਸਿੱਧ ਕਰ ਦਿੱਤਾ, ਜਿਹੜੇ ਕਹਿੰਦੇ ਸਨ ਪਰਿਵਾਰ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ, ਬਾਲ ਬੱਚੇਦਾਰ ਹੋ ਕੇ ਰੱਬ ਦੇ ਨੇੜੇ ਨਹੀਂ ਹੋਇਆ ਜਾ ਸਕਦਾ। ਮਹਾਰਾਜ ਕਹਿੰਦੇ ਜੁਗਤ ਹੋਣੀ ਚਾਹੀਦੀ। ਬਾਣੀ 'ਚ ਆਪਾਂ ਬਚਨ ਪੜ੍ਹਦੇ ਹਾਂ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਨਾਲੇ ਇੱਥੇ ਤੇ ਭਗਤ ਧੰਨਾ ਜੀ ਦੀ ਬਾਣੀ ਜੋ ਦਰਜ ਕੀਤੀ ਆ, ਉਹ ਤੇ ਆਪ ਕਹਿੰਦੇ ਜਿੱਥੇ ਘਰ ਦੀਆਂ ਬਾਕੀ ਸਭ ਵਸਤਾਂ, ਖਾਣ ਪੀਣ ਸਭ ਕੁਝ ਮੰਗਿਆ, ਉੱਥੇ ਆਖਿਆ ਦਾਤਾ ਇੱਕ ਜੀਵਨ ਸਾਥੀ ਵੀ ਚਾਹੀਦਾ, ਜਿਹਦੇ ਤੋਂ ਬਗੈਰ ਘਰ ਦੀ ਕਾਮਨਾ ਵੀ ਨਹੀਂ ਕੀਤੀ ਜਾ ਸਕਦੀ ਵੀ ਘਰ ਹੋ ਸਕਦਾ। ਤਾਂ ਕਰਕੇ ਉਹਨਾਂ ਨੇ ਬਚਨ ਵਰਤਿਆ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਕਹਿੰਦੇ ਉਹ ਜੀਵਨ ਸਾਥੀ ਜਿਹੜਾ ਹੈ ਉਹ ਵੀ ਚਾਹੀਦਾ। ਤੋ ਇਸੇ ਕਰਕੇ ਮਹਾਰਾਜ ਜੀ ਨੇ ਜਿੱਥੇ ਪਰਿਵਾਰ ਰੂਪ ਧਾਰਨ ਕੀਤਾ, ਉੱਥੇ ਉਹਦੇ ਨਾਲ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਗ੍ਰਸਤ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜਨ ਦੀ ਜਾਚ ਸਾਨੂੰ ਸਿਖਾਈ। ਇਹਦੇ ਤੋਂ ਅਸੀਂ ਸਿੱਖਣਾ, ਹਰ ਸਾਲ ਬਟਾਲੇ ਦੀ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਔਰ ਮਾਤਾ ਸੁਲੱਖਣੀ ਜੀ ਹੋਣਾ ਦੇ ਇਸ ਵਿਆਹ ਪੁਰਬ ਦੀ ਯਾਦ ਵਿੱਚ ਇਹਨੂੰ ਮਨਾਉਂਦੇ ਆ। ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਜਿਹੜੀਆਂ ਨੇ ਉਹ ਜੋੜ ਮੇਲਾ ਕਰਦੀਆਂ, ਦਰਸ਼ਨ ਦਿਦਾਰੇ ਕਰਦੀਆਂ। ਪਰ ਉਹਦੇ ਨਾਲ ਨਾਲ ਖਿਆਲ ਰੱਖਣਾ,
ਬਈ ਅਸੀਂ ਇਹਨਾਂ ਚੀਜ਼ਾਂ ਤੋਂ ਸੇਧ ਲੈਣੀ ਹੈ। ਇੱਕ ਤਾਂ ਅੱਜ ਜਦੋਂ ਵਿਆਹ ਹੁੰਦੇ ਐਸਾ ਕੁਝ ਹੁੰਦਾ ਤੇ ਇੰਨੇ ਖਰਚੇ ਅੱਡੀਆਂ ਚੁੱਕ ਕੇ ਅਸੀਂ ਫਾਹ ਲੈਣ ਵਾਲਾ ਕੰਮ ਕਰਦੇ ਹਾਂ। ਉਹ ਪੈਲਸਾਂ ਤੱਕ ਜਾ ਕੇ ਲੱਖਾਂ ਰੁਪਈਆ ਸਾਡੇ ਅੱਜ ਇੱਕ ਤਕੀਆ ਕਲਾਮ ਬਣ ਗਿਆ ਜੀ, ਅਸੀਂ ਲੈਣਾ ਦੇਣਾ ਕੁਛ ਨਹੀਂ, ਬਸ ਚੰਗੀ ਰੋਟੀ ਖਵਾ ਦਿਓ ਜੀ, ਬਰਾਤ ਦੀ ਸੇਵਾ ਚੰਗੀ ਤਰ੍ਹਾਂ ਕਰ ਦਿਓ ਜੀ। ਔਰ ਕਈ ਵਾਰ ਤਾਂ ਉਹ ਆਂਦੇ ਜੀ ਕਿੰਨੇ ਲੱਗ ਗਏ, ਕਹਿੰਦੇ ਜੀ 40 ਲੱਖ ਰੁਪਈਆ ਲੱਗ ਗਿਆ। ਚੰਗੀ ਰੋਟੀ 'ਚ ਅਗਲੇ ਨੂੰ ਤੁਸੀਂ 40 ਲੱਖ ਦੇ ਥੱਲੇ ਲਿਆ ਦਿੱਤਾ ਤੇ ਫਿਰ ਸਾਰੀ ਉਮਰ ਫਿਰ ਮਿਹਣੇ ਮਾਰਨੇ ਦਿੱਤਾ, ਕੁਝ ਨਹੀਂ। ਇਸੇ ਕਰਕੇ ਰਿਸ਼ਤੇਦਾਰ ਦਾ ਮਤਲਬ ਹੁੰਦਾ ਹੈ ਕਿਸੇ ਦੂਸਰੇ ਦੀ ਸੁੱਖ ਦੁੱਖ ਦਾ ਭਾਈਵਾਲ ਹੋਣਾ, ਨਾ ਕਿ ਅਗਲਾ ਤੁਹਾਡੇ ਨਾਲ ਰਿਸ਼ਤੇਦਾਰੀ ਜੁੜੀ ਹੈ ਤੇ ਉਹ ਪੈਂਦੇ 40-50 ਲੱਖ ਦੇ ਥੱਲੇ ਆ ਜਾਏ ਤੇ ਕਾਹਦੀ ਰਿਸ਼ਤੇਦਾਰੀ ਹੋਈ, ਦੁਸ਼ਮਣ ਹੋ ਕੇ ਟੱਕਰੇ ਫਿਰ ਤਾਂ। ਇਸੇ ਕਰਕੇ ਪਾਪ ਦੀ ਜੰਜ ਨਾ ਚੜੇ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਦਾਜ ਦਹੇਜ ਵਾਲੇ ਕਰਮ ਛੱਡ ਕੇ ਹੋਈ ਆਖੀਏ ਦਾਤਾ, ਘਰ ਵਿੱਚ ਹੀ ਦੇਵੀਂ, ਪੂਰੀ ਉਹਦੇ ਨਾਲ ਹੀ ਪੈਣੀ। ਇਹ ਨਾ ਆਸ ਰੱਖੀਏ ਵੀ ਪੁੱਤ ਵਿਆਹਾਂਗੇ ਤੇ ਗੱਡੀ ਆਏਗੀ, ਪੁੱਤ ਵਿਆਹਾਂਗੇ ਆਹ ਮਿਲੇਗਾ ਆਹ ਹੋਏਗਾ। ਇਹਨਾਂ ਚੀਜ਼ਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਜਿਹੜਾ ਹੈ ਉਸ ਮਾਲਕ ਵਾਲੇ ਪਾਸੇ ਸਾਡਾ ਧਿਆਨ ਹੋਵੇ। ਔਰ ਸਤਿਗੁਰਾਂ ਦਾ ਇਹ ਵਿਆਹ ਪੁਰਬ ਜੋ ਸਾਨੂੰ ਸਿਖਾਉਂਦਾ ਹੈ ਕਿ ਭਾਈ ਗ੍ਰਸਤ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ ਵੀ ਨਿਰੰਕਾਰ ਦੇ ਨੇੜੇ ਹੋਇਆ ਜਾ ਸਕਦਾ। ਤੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਗ੍ਰਸਤ ਨੂੰ ਅਪਣਾ ਕੇ ਔਰ ਗ੍ਰਸਤ ਵਿੱਚ ਰਹਿੰਦਿਆਂ ਉਸ ਨਿਰੰਕਾਰ ਦੀ ਇਬਾਦਤ, ਸੰਸਾਰ ਦੇ ਭਲੇ ਵਾਸਤੇ 4 ਉਦਾਸੀਆਂ ਵੀ ਸਭ ਕਾਰਜ ਕੀਤੇ। ਅੱਜ ਉਹਨਾਂ ਦੀ ਯਾਦ ਦੇ ਵਿੱਚ ਫਿਰ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਕੰਧ ਸਾਹਿਬ ਜਿੱਥੇ ਮਹਾਰਾਜ ਬੈਠੇ ਜਿਵੇਂ ਬਰਾਤ ਬਿਠਾਈ ਜਾਂਦੀ ਸੀ, ਤੇ ਗੁਰਦੁਆਰਾ ਡੇਰਾ ਸਾਹਿਬ ਜਿਹੜਾ ਭਾਈ ਮੂਲ ਚੰਦ ਦਾ ਆਪਣਾ ਘਰ ਸੀ ਮਾਤਾ ਸੁਲੱਖਣੀ ਜੀ ਹੋਣਾ ਦਾ, ਉੱਥੇ ਉਹ ਮੰਜੀ ਸਾਹਿਬ ਬਣਿਆ ਜਿੱਥੇ ਸਾਹਿਬਾਂ ਦੇ ਆਨੰਦ ਕਾਰਜ ਵੇਦੀ ਦੁਆਲੇ ਨਹੀਂ ਮੂਲ ਮੰਤਰ ਦੇ ਦੁਆਲੇ ਹੋਏ। ਤੇ ਮਹਾਰਾਜ ਨੇ ਇਹ ਵੀ ਇੱਕ ਜਿਹੜਾ ਹੈ ਵੱਖਰਾ ਕਾਰਜ ਜੋ ਗੁਰਮਤ ਦਾ ਮਾਰਗ ਸੀ ਕਿ ਪੰਡਤ ਮੁੱਲਾਂ ਜੋ ਲਿਖ ਦਿਆ ਛਾੜ ਚਲੇ ਹਮ ਕਿਛੁ ਨ ਲਿਓ, ਕੁਝ ਨਹੀਂ ਲਿਆ, ਇੱਕ ਵਿਲੱਖਣ ਮਾਰਗ ਜਿਹੜਾ ਅਪਣਾਇਆ। ਗੁਰੂ ਕਿਰਪਾ ਕਰੇ। ਸਤਿਗੁਰਾਂ ਦੇ ਵਿਆਹ ਪੁਰਬ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।